ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਦਰਸ਼ਕਾਂ ਦੀ ਸੇਵਾ ਦੇ ਵਿੱਚ ਪ੍ਰੋਗਰਾਮ ਕਮਿਊਨਿਟੀ ਕੋਹੀਜ਼ਨ ਤੇ ਲਾਈਫ ਸਟਾਈਲਸ ਲੈ ਕੇ ਹਾਜ਼ਰ ਹੋ ਰਿਹਾ ਹਾਂ। ਅੱਜ ਕੱਲ ਜੋ ਸੁਰਖੀਆਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਖਬਰ ਬਹੁਤ ਅੱਗ ਵਾਂਗ ਫੈਲ ਰਹੀ ਹੈ, ਉਹ ਹੈ ਜੋ ਫਲਸਤੀਨ ਦੇ ਵਿੱਚ ਜਾਂ ਫਲਸਤੀਨ ਅਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਜੰਗ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਲਗਾਤਾਰ ਚੱਲੀ ਹੋਈ ਹੈ ਤੇ ਅੱਜ ਫਿਰ ਉਹਦਾ ਧੂੰਆਂ ਕਾਫੀ ਦੁਨੀਆ ਤੱਕ ਪਹੁੰਚ ਰਿਹਾ, ਉਹਦੀ ਤਪਸ਼ ਕਾਫੀ ਦੁਨੀਆ ਤੱਕ ਪਹੁੰਚ ਰਹੀ ਹੈ ਕਿ ਭਾਵੇਂ ਸਾਡੇ ਕੋਲ ਯੂਨਾਈਟਿਡ ਨੇਸ਼ਨਸ ਵਰਗੀਆਂ ਸੰਸਥਾਵਾਂ ਹਨ, ਭਾਵੇਂ ਅੱਜ ਮੰਡੀ ਦੀ ਲੋੜ ਨੇ, ਟ੍ਰੇਡ ਨੇ ਦੁਨੀਆ ਬਹੁਤ ਨੇੜੇ ਲੈ ਆਂਦੀ ਆ, ਪਰ ਤਾਂ ਵੀ ਦੁਨੀਆ ਦੇ ਕੁਝ ਐਸੇ ਹਿੱਸੇ ਨੇ ਜਿੱਥੇ ਲਗਾਤਾਰ ਹਿੰਸਾ ਹੋ ਰਹੀ ਹੈ, ਜਿੱਥੇ ਲਗਾਤਾਰ ਮਾਸੂਮਾਂ ਦਾ ਖੂਨ ਵਹਿ ਰਿਹਾ ਤੇ ਹਰ ਇੱਕ ਉਹ ਇਨਸਾਨ ਜਿਹੜਾ ਕਿਸੇ ਵੀ ਪੱਖਪਾਤ ਵਿੱਚ ਨਹੀਂ ਹੈ, ਉਹ ਇਸ ਤਰ੍ਹਾਂ ਡੁੱਲਦੇ ਹੋਏ ਖੂਨ ਨੂੰ ਦੇਖਦਾ ਹੋਇਆ ਬਹੁਤ ਹੀ ਤਕਲੀਫ ਦੇ ਵਿੱਚ ਹੈ ਕਿ ਅੱਜ ਦੀ ਇਸ ਦੁਨੀਆ ਦੇ ਵਿੱਚ ਇਹੋ ਜਿਹਾ ਕਨਫਲਿਕਟ, ਇਹੋ ਜਿਹੀਆਂ ਜੰਗਾਂ ਕਿਉਂ ਹੁੰਦੀਆਂ ਨੇ ਤੇ ਇਹਨਾਂ ਦੀ ਕੀ ਰੋਕਥਾਮ ਹੋਵੇ। ਸੋ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਤੋਂ, ਆਪਣੇ ਗੈਸਟ ਜਿਹੜੇ ਸਾਡੇ ਆਏ ਹਨ, ਮਹਿਮਾਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਸ ਜੰਗ ਦਾ ਕਾਰਨ ਕੀ ਹੈ। ਇੰਨੇ ਵਰੇ ਬੀਤ ਜਾਣ ਤੋਂ ਬਾਅਦ ਵੀ ਇਹਦਾ ਕੋਈ ਹੱਲ ਕਿਉਂ ਨਹੀਂ ਲੱਭਿਆ ਜਾ ਸਕਿਆ। ਕੌਮਾਂਤਰੀ ਜਿਹੜੀਆਂ ਸਾਡੀਆਂ ਪਾਵਰਸ ਹਨ, ਕੌਮਾਂਤਰੀ ਅਦਾਰੇ ਹਨ, ਉਹਨਾਂ ਦਾ ਅੱਜ ਕੱਲ੍ਹ ਇਹਦੇ ਬਾਰੇ ਕੀ ਰੋਲ ਆ ਜਾਂ ਕੀ ਹੋਣਾ ਚਾਹੀਦਾ। ਸੋ ਮੈਂ ਤੁਹਾਡੀ ਜਾਣਕਾਰੀ ਆਪਣੇ ਆਏ ਮਹਿਮਾਨਾਂ ਦੇ ਨਾਲ ਕਰਵਾਉਂਦਾ ਹਾਂ ਜੀ। ਸਭ ਤੋਂ ਪਹਿਲਾਂ ਮੇਰੇ ਖੱਬੇ ਪਾਸੇ ਡਾਕਟਰ ਹਰੀਸ਼ ਮਲਹੋਤਰਾ, ਜਿਹੜੇ ਕਿ ਰਿਸਰਚਰ ਹਨ, ਜਿਨ੍ਹਾਂ ਦਾ ਆਪਣਾ ਇੱਕ ਫੀਲਡ ਹੈ ਖੋਜ ਦੇ ਵਿੱਚ, ਤੇ ਇਹ ਬਿਲਕੁਲ ਕਿਸੇ ਵੀ ਪੱਖਪਾਤ ਤੋਂ ਬਗੈਰ ਆਪਣੀ ਰਾਏ ਦਿੰਦੇ ਨੇ। ਇਹਨਾਂ ਦੇ ਨਾਲ ਸਾਡੇ ਜਨਾਬ ਨਜ਼ੀਰ ਆਵਾਨ ਸਾਹਿਬ, ਜਿਹੜੇ ਕਿ ਮੁਸਲਮਾਨ ਭਾਈਚਾਰੇ ਵੱਲੋਂ ਸਾਡੇ ਕੋਲ ਲਗਾਤਾਰ ਕਈ ਸ਼ੋਅ ਕਰਦੇ ਆ ਰਹੇ ਹਨ, ਬੜੀ ਇਹਨਾਂ ਦੀ ਸੁਹਿਰਦ ਸੋਚ ਹੈ। ਤੇ ਸਿੱਖ ਭਾਈਚਾਰੇ ਵੱਲੋਂ ਪ੍ਰਿੰਸੀਪਲ ਡਾਕਟਰ ਸੁਜਿੰਦਰ ਸਿੰਘ ਜੀ ਸੰਘਾ ਸਾਹਿਬ ਸਾਡੇ ਕੋਲ ਹਾਜ਼ਰ ਹਨ, ਜਿਹੜਾ ਕਿ ਆਪਣਾ ਵਿਦਿਅਕ ਪਿਛੋਕੜ ਅਦਾਰਿਆਂ ਦੇ ਵਿੱਚ ਬਤੌਰ ਪ੍ਰਿੰਸੀਪਲ ਤੌਰ 'ਤੇ ਉਹਨਾਂ ਨੇ ਸੇਵਾ ਨਿਭਾਈ ਹੈ। ਤੇ ਇਹਦੇ ਨਾਲ ਸਾਡੇ ਕੋਲ ਹਾਜ਼ਰ ਹਨ ਸਾਡੇ ਧਰਮ ਮਹੇਸ਼ ਸਾਹਿਬ, ਉਹ ਬਹੁਤ ਜਿਹੜੇ ਕਿ ਬੋਧੀ ਸਮਾਜ ਹੈ ਸਾਡੇ, ਉਹਨਾਂ ਵੱਲੋਂ ਹਾਜ਼ਰ ਹੋਏ ਹਨ। ਤੇ ਇਹਨਾਂ ਦੇ ਨਾਲ ਪੰਡਿਤ ਧਰਮਦੱਤ ਵਸ਼ਿਸ਼ਟ ਸਾਹਿਬ ਤੇ ਸੁਰਿੰਦਰ ਕੁਮਾਰ ਕਾਲੀਆ, ਜਿਹੜੇ ਕਿ ਹਿੰਦੂ ਧਰਮ ਵੱਲੋਂ ਸਾਡੇ ਕੋਲ ਹਿੰਦੂ ਭਾਈਚਾਰੇ ਵੱਲੋਂ ਹਾਜ਼ਰ ਹਨ। ਸੋ ਮੈਂ ਸਾਰਿਆਂ ਨੂੰ ਹੀ ਜੀ ਆਇਆਂ ਕਹਿੰਦਾ ਹਾਂ। ਸਭ ਤੋਂ ਪਹਿਲਾਂ ਮਲਹੋਤਰਾ ਸਾਹਿਬ, ਤੁਹਾਨੂੰ ਬੇਨਤੀ ਕਰਦਾ, ਥੋੜ੍ਹਾ ਸੰਜੀਦਾ ਹੈ, ਸੰਵੇਦਨਸ਼ੀਲ ਹੈ, ਗੰਭੀਰ ਹੈ ਮੁੱਦਾ, ਤੇ ਇਹਦੇ ਬਾਰੇ ਜ਼ਰੂਰੀ ਹੈ, ਮੈਂ ਸਮਝਦਾ ਕਿ ਅੱਜ ਤੁਹਾਡੇ ਕੋਲੋਂ ਅਸੀਂ ਕੁਝ ਪੁੱਛੀਏ ਜ਼ਰੂਰ ਕਿ ਇੰਨਾ ਸਮਾਂ ਬੀਤ ਗਿਆ, ਲਗਾਤਾਰ ਲਹੂ ਵਹਿੰਦਾ ਆ ਰਿਹਾ, ਤੇ ਉਹਦੇ ਵਿੱਚ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ, ਕਈ ਵਾਰੀ ਉਹ ਵੀ ਜਾਂ ਮਾਰੇ ਜਾਂਦੇ ਨੇ ਜਾਂ ਲੂਲੇ ਲੰਗੜੇ ਹੋ ਜਾਂਦੇ ਨੇ ਜ਼ਿੰਦਗੀ ਭਰ ਵਾਸਤੇ। ਤੇ ਜਦੋਂ ਇਹ ਦਰਸ਼ਕਾਂ ਦੇ ਸਾਹਮਣੇ ਆਉਂਦਾ ਤਾਂ ਬਹੁਤ ਰੂਹਾਂ ਤੜਫਦੀਆਂ ਨੇ। ਕਦੀ ਵੀਅਤਨਾਮ ਸੀ ਸੁਰਖੀਆਂ ਦੇ ਵਿੱਚ, ਕਦੀ ਦੁਨੀਆ ਦੇ ਹੋਰ ਹਿੱਸੇ ਰਹੇ ਨੇ, ਲੰਬਾ ਸਮਾਂ ਆਇਰਲੈਂਡ ਦੀ ਗੱਲ ਰਹੀ ਹੈ, ਕਿਉਂ ਨਹੀਂ ਹੱਲ ਹੋ ਸਕਿਆ ਹੈ? ਜੋ ਅਖਬਾਰਾਂ ਵਿੱਚੋਂ ਜਾਂ ਟੈਲੀਵਿਜ਼ਨ ਤੋਂ ਜੋ ਸਾਨੂੰ ਖਬਰਾਂ ਮਿਲਦੀਆਂ ਜੀ, ਪਿਛੋਕੜ ਵਿੱਚ ਮੈਂ ਜ਼ਿਆਦਾ ਨਹੀਂ ਜਾਣਨਾ ਚਾਹੁੰਦਾ ਜੀ, ਕਿਉਂਕਿ ਇਹ ਪਹਿਲੀ ਵਾਰੀ ਜਿਹੜਾ ਝਗੜਾ ਨਹੀਂ ਹੋਇਆ ਹੈਗਾ ਜੀ। ਇਹ ਝਗੜਾ ਪਹਿਲਾਂ ਵੀ ਯਾਨੀ ਕਿ ਰੀਸੈਂਟਲੀ ਵੀ ਯਾਨੀ ਕਿ ਹੋ ਚੁੱਕਾ, 208 ਵਿੱਚ ਹੋ ਚੁੱਕਾ, 212 ਵਿੱਚ ਵੀ ਹੋ ਚੁੱਕਾ ਜੀ, ਤੇ ਉਸ ਤੋਂ ਪਹਿਲਾਂ ਵੀ ਯਾਨੀ ਕਿ ਜੇ ਤੁਸੀਂ ਬੈਕਗਰਾਊਂਡ 'ਤੇ ਆਓ 1948 ਤੋਂ ਯਾਨੀ ਕਿ ਰੌਲਾ ਪੈਂਦਾ, ਕਿਉਂਕਿ ਛੋਟਾ ਜਿਹਾ ਦੇਸ਼ ਹੈਗਾ ਇਹ, ਜਿਹੜਾ ਕਿ ਮਿਸਰ ਦੇ ਵਿੱਚ ਤੇ ਇਜ਼ਰਾਈਲ ਦੇ ਵਿੱਚ ਛੋਟਾ ਜਿਹਾ ਯਾਨੀ ਕਿ ਹਿੱਸਾ ਹੈਗਾ ਉਹ। ਜਿਹੜੀ ਇਹ ਪੱਟੀ ਹੈ ਤੇ ਕਹਿੰਦੇ ਬੈਂਕਾਕ ਜਿੰਨੀ ਆ, ਸਿਰਫ 15 ਲੱਖ, ਪਰ ਆਬਾਦੀ ਬੜੀ ਸੰਘਣੀ। ਹਾਂ, ਕਈ ਤਾਂ ਇਹ ਵੀ ਕਹਿੰਦੇ ਜਿੰਨਾ ਕਿ ਸ਼ੈਫੀਲਡ ਸ਼ਹਿਰ ਹੈਗਾ ਏਡਾ ਹੈ ਇਹ। ਅੱਛਾ, ਹਾਂ। ਤੇ ਪਰ ਜਾਣੀ ਕਿ ਜੋ ਕੁਛ ਇਹ ਹੋ ਰਿਹਾ ਹੈਗਾ, ਉਹਨੂੰ UN ਨੇ ਵੀ ਜਿਹੜਾ ਹੈਗਾ ਉਹਨੂੰ ਕੰਡੈਮ ਕੀਤਾ। ਇਹ ਵੀ ਕਹਿ ਰਹੇ ਹੈਗੇ ਜਾਣੀ ਕਿ ਜੋ ਖਬਰਾਂ ਮਿਲ ਰਹੀਆਂ ਨੇ ਵੀ ਘੱਟੋ ਘੱਟ 74% ਜਾਣੀ ਕਿ ਜਿਹੜੇ ਲੋਕ ਹੈਗੇ ਮਰ ਰਹੇ ਆ, ਉਹ ਬੱਚੇ ਤੇ ਜਾਣੀ ਕਿ ਔਰਤਾਂ ਤੇ ਜਾਣੀ ਕਿ ਜਿਹੜੇ ਆਮ ਨਾਗਰਿਕ ਹੈਗੇ ਉਹ ਮਰੇ ਹੈਗੇ। ਤੇ ਜੋ ਮਰਨ ਵਾਲੀ ਤਾਦਾਦ ਹੈਗੀ ਉਹ ਤਕਰੀਬਨ ਅੱਜ ਤੱਕ ਜਿਹੜੀ ਹੈਗੇ ਨੀਅਰਲੀ 2000 ਜਿਹੜਾ ਹੈਗਾ ਮਰ ਚੁੱਕੇ ਹੈ ਜੀ। ਤੇ ਫੱਟੜ ਜਿਹੜੇ ਹੈਗੇ ਉਹਨਾਂ ਵਿੱਚ ਵੀ ਜਿਹੜੀ ਤਾਦਾਦ ਹੈਗੀ ਆ ਉਹ ਵੀ 10,000 ਤੱਕ ਯਾਨੀ ਕਿ ਪਹੁੰਚ ਚੁੱਕੀ ਹੈ। ਟ੍ਰੈਜਡੀ ਯਾਨੀ ਕਿ ਇਹ ਹੈ ਵੀ UN ਨੇ ਵੀ ਇਹਨੂੰ ਕੰਡੈਮ ਕੀਤਾ ਹੈਗਾ। ਤੇ ਜਿਹੜੇ ਵੀ ਇਨਸਾਨੀਅਤ ਨਾਲ ਮੈਂ ਮਹਿਸੂਸ ਕਰ ਲਿਆ ਵੀ ਜਿਹੜੇ ਸੰਬੰਧਿਤ ਲੋਕੀ ਹੈਗੇ ਜਿਹੜੇ ਇਨਸਾਨੀਅਤ ਦੀ ਗੱਲ ਕਰਦੇ ਹੈ
ਉਹਨਾਂ ਨੇ ਸਾਰਿਆਂ ਨੇ ਇਸ ਚੀਜ਼ ਨੂੰ ਜਿਹੜਾ ਹੈ ਕੰਡੈਮ ਕੀਤਾ। ਜਿਹੜੀ ਅੱਜ ਕੱਲ੍ਹ ਗਾਜ਼ਾ ਤੇ ਜਿਹੜੀ ਕਿ ਬੰਬਾਰੀ, ਕਿਉਂਕਿ ਉਹਨਾਂ ਲੋਕਾਂ ਕੋਲ ਤਾਂ ਵਿਚਾਰਿਆਂ ਕੋਲ ਜਿਹੜਾ ਹੈਗਾ ਕੋਈ ਖਾਣ ਪੀਣ ਦਾ ਜਾਂ ਉਹਨਾਂ ਦੇ ਮੁਕਾਬਲੇ ਤੇ ਇਜ਼ਰਾਈਲ ਦੇ ਮੁਕਾਬਲੇ ਤੇ ਉਹਨਾਂ ਕੋਲ ਨਾ ਤੇ ਏਡੀ ਕੋਈ ਹਥਿਆਰਬੰਦੀ ਹੈਗੀ ਆ ਜੀ, ਤੇ ਨਾ ਹੀ ਉਹ ਉਹਨਾਂ ਦਾ ਕੋਈ ਮੁਕਾਬਲਾ ਕਰ ਸਕਦੇ ਹੈਗੇ ਆ। ਜੇ ਮਾੜਾ ਮੋਟਾ ਰੋਕਟ ਜਿਹਾ ਛੱਡਦੇ ਹੈਗੇ ਤਾਂ ਉਹ ਰੋਕਟ ਕਿੱਥੇ ਤੇ ਉਹਨਾਂ ਕੋਲ ਕਿੱਥੇ ਜਿਹੜੇ ਹੈਗੇ ਐਡੇ ਵੱਡੇ ਜਹਾਜ਼ ਹੈਗੇ ਬੰਬ ਸਿੱਟਣ ਪਰ ਇਹ ਜਿਹੜੇ ਰੋਕਟ ਨੇ ਇਹ ਵੀ ਦਹਿਸ਼ਤ ਜ਼ਦਾ ਨੇ। ਇਹਦੇ ਜਿਹੜੇ ਸਾਈਕੋਲੋਜਿਸਟ ਨੇ ਇਸ ਤਰ੍ਹਾਂ ਕਰਦੇ ਨੇ ਵਿਆਖਿਆ ਐਕਚੁਅਲੀ ਵੀ ਜੇ ਇੱਧਰ ਬੱਚੇ ਮਰ ਰਹੇ ਨੇ ਤਾਂ ਉਧਰ ਬੱਚਿਆਂ ਦਾ ਸਫਰ ਉਹ ਵੀ ਕਰ ਰਹੇ ਨੇ। ਬਿਲਕੁਲ ਉਹਨਾਂ ਦਾ ਇਹ ਹਾਲ ਆ ਵੀ ਲਗਾਤਾਰ ਜਦੋਂ ਇਸ ਤਰ੍ਹਾਂ ਦੀ ਤੁਸੀਂ ਬੰਬਿੰਗ ਹੁੰਦੀ ਆ ਹਾਂਜੀ ਤਾਂ ਉਹਦੇ ਨਾਲ ਤਾਂ ਬੱਚਿਆਂ ਨੂੰ ਵੈਟ ਹੋਣ ਲੱਗ ਪਈ ਹੈ। ਮਤਲਬ ਕਈ ਥਾਂ ਮਤਲਬ ਕਿਉਂਕਿ 4-5 ਲੱਖ ਫਲਸਤੀ ਜਿਹੜੇ ਹੈਗੇ ਇਜ਼ਰਾਈਲੀ ਇਹਦੇ ਮਾਰ ਥਲੇ ਨੇ। ਅਸਰ ਤੇ ਹੈ ਜੀ? ਨਹੀਂ ਦੇਖੋ, ਅਸਰ ਤਾਂ ਜਦੋਂ ਲੜਾਈ ਹੁੰਦੀ ਹੈਗੀ ਆ ਉਹ ਦੋਨੇ ਪਾਸੇ ਅਸਰ ਪੈਂਦਾ ਹੈਗਾ। ਉਹਨਾਂ ਦੇ ਵੀ ਕੁਝ ਸੋਲਜਰ ਮਰੇ ਹੈਗੇ ਆ ਜੀ, ਤੇ ਇੱਕ ਹੋਰ ਜਾਣੀ ਕਿ ਜਿਹੜਾ ਰੌਲਾ ਪੈਂਦਾ ਹੈਗਾ ਵੀ ਇੱਕ ਸੋਲਜਰ ਕਹਿੰਦੇ ਉਹਨਾਂ ਨੇ ਫੜ ਲਿਆ ਹੈਗਾ, ਉਹ ਕਹਿੰਦੇ ਕਤਲ ਕਰਤਾ ਜੀ, ਕੋਈ ਜਾਣੀ ਕਿ ਉਹ ਵੀ ਰੌਲਾ ਪੈਂਦਾ ਹੈਗਾ। ਪਰ ਗੱਲ ਦੇਖਣ ਵਾਲੀ ਇਹ ਹੁੰਦੀ ਲੈ ਵੀ ਜ਼ੋਰ ਕਿਹਦੇ ਕੋਲ ਜ਼ਿਆਦਾ ਹੈਗਾ ਤੇ ਜ਼ੋਰ ਘੱਟ ਕਿਹਦੇ ਕੋਲ ਹੈ। ਕਿ ਇਹ ਲੋਕ ਜਾਣੀ ਕਿ ਜਿਹੜੇ ਹੈਗੇ ਬਹੁਤ ਦੇਰ ਤੋਂ ਸਫ਼ਰ ਕਰ ਰਹੇ, ਕੁਛ ਤਾਂ ਕਾਰਨ ਇਹ ਵੀ ਦੱਸਦੇ ਹੈਗੇ ਜਿਹੜੇ ਜੋ ਜਾਣੀ ਕਿ ਮੈਂ ਪੜ੍ਹ ਰਿਹਾ ਸੀਗਾ ਕੋਲੇਜਿਸਟ ਰਸਾਲਾ ਹੈਗਾ ਉਹਦੇ ਵਿੱਚ ਵੀ ਲਿਖਿਆ ਹੈ। ਫਿਰ ਇਹਨਾਂ ਨੇ ਪਿੱਛੇ ਜਿਹਾ ਟਾਈਮਸ ਵਿੱਚ ਵੀ ਖਬਰ ਆਈ ਹੈ ਵੀ ਉੱਥੇ ਰੌਲਾ ਸਿਰਫ ਜਾਣੀ ਕਿ ਗੈਸ ਦਾ ਹੈ, ਕਿਉਂਕਿ ਉੱਥੇ ਗੈਸ ਕਹਿੰਦੇ ਕਾਫੀ ਹੈਗੀ ਆ ਜਿਹੜੀ ਕਿ 6-7 ਜਾਣੀ ਕਿ ਅਰਬ ਡਾਲਰਸ ਦੀ ਜਾਣੀ ਜਿਹੜੀ ਗੈਸ ਹੈਗੀ ਆ ਤੇ ਵੀ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਸਾਰਾ ਜਾਣੀ ਕਿ ਕੁਛ ਜਿਹੜਾ ਚੱਲ ਰਿਹਾ ਗਾਜ਼ਾ ਸਟ੍ਰਿਪ ਦੀ ਗੱਲ ਕਰਦੇ ਹਾਂ ਉਹਦੀ ਮੈਂ ਗੱਲ ਕਰ ਰਿਹਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਇਜ਼ਰਾਈਲ ਹੈਗਾ ਉਹਨੂੰ ਸਪੋਰਟ ਆਪਣੀਆਂ ਕਾਫੀ ਵੱਡੀਆਂ ਤਾਕਤਾਂ ਦੀ ਹੈ, ਦੁਨੀਆ ਭਰ ਦੇ ਜਿਹੜੇ ਵੱਡੇ ਮੁਲਕ ਹੈਗੇ ਉਹਨਾਂ ਦੀ ਸਪੋਰਟ ਹੈਗੀ ਆ। ਤੇ ਜਿਹੜਾ ਫਲਸਤੀਨ ਹੈਗਾ ਉਹਨਾਂ ਕੋਲ ਇੰਨੀ ਜ਼ਿਆਦਾ ਕੋਈ ਸਪੋਰਟ ਨਹੀਂ ਹੈ। ਸੋ ਇਹ ਕਾਫੀ ਯਾਨੀ ਕਿ ਪੇਚੀਦਾ ਮਸਲਾ ਤੇ ਕਾਫੀ ਸੈਂਸਿਟਿਵ ਵੀ ਹੈ ਜੀ। ਪਵਨ ਸਾਹਿਬ, ਡਾਕਟਰ ਸਾਹਿਬ ਨੇ ਕਿਹਾ ਕਿ ਗੈਸ ਦਾ ਮਸਲਾ ਜਿੱਦਾਂ ਇੱਕ ਖੁਦਗਰਜ਼ੀ ਕਹਿ ਲਓ ਇਨਸਾਨ ਦੀ, ਹੋਰ ਵੀ ਕਾਰਨ ਹੋਣਗੇ ਇਤਿਹਾਸਕ ਪਿਛੋਕੜ, ਤੁਸੀਂ ਕੀ ਸਮਝਦੇ ਹੋ ਕੀ ਕਾਰਨ ਆ? देखो जी, जो गैस का मसला है ये पहली बार मैं सुनिया वैसे जी जी, और पॉसिबिलिटी है कि डॉक्टर साहब जो कह रहे हैं ठीक कह रहे हैं, लेकिन मेरे ख्याल एक्चुअली मेन इशू नहीं है इस वक्त। ये लड़ाई चल रही है 1947 से जो कि ब्रिटिश गवर्नमेंट ने इन्हों लोगों को फलस्तीन का हिस्सा देता सी, हालांकि वो सारा एक फलस्तीन का हिस्सा सी जिथे यहूदी मुसलमान क्रिश्चियन भाई रहिंदे सन, आर्मीनियन रहिंदे सन है जी, वो सारे इकट्ठे मिल के प्यार मुहब्बत नाल रहिंदे सन जी जी जी। ये लोग जदों हिटलर ने जो कुछ किया है उसनों असीं कंडोन नहीं करते, क्योंकि एनी एक्शन कोई एक्शन किसी इंसान के खिलाफ होए, बीवी बच्चे बुढ़े मारे जान, कोई भी अनजस्टिफाइडली कोई भी मारा जाए, इट इज़ कंप्लीटली रॉन्ग। असीं उसनों कंडेम करने जी। इसी तरह असीं अज कंडेम कर रहे हैं जो यही लोग जिन्हों नाल ज्यादती हुई उससे ज़्यादा ज्यादती कर रहे हैं लोगों नाल जी। इन्हां लोगों ने इत्थे आके पहले फलस्तीनी काफ़ी सन जी, तकरीबन 70% फलस्तीनी इस वक्त रेफ्यूजी आउट ऑफ द कंट्री जी हैं जी, जॉर्डन हैं, सीरिया हैं और कई मुल्क हैं जी जी। लोगों ने डिसप्लेस कर दिता, फिर कैंप्स बढ़ाते जिथे कंसनट्रेशन कैंप्स विद इन देयर ओन कंट्री कि हुण गाजा जिहड़ा इस वक्त गाजा की गल करने आ, गाजा बिल्कुल एक ऐसा जेल है इस वक्त जी जिथे सिर्फ इजरायली गवर्नमेंट जी है वो जो चाहती अंदर जा सकता है, जो बाहर आ सकता है जी। अच्छा, उन्होंने कोई राइट नहीं कि आपको डिफेंड कर सकन, उन्होंने कोई राइट नहीं कि जितना खाना वो चाहते हैं अपने से मंगा सकन, कोई इंडस्ट्री बढ़ा सकन। तुसी ये मैनूं दसो कि तुसी 2 मिलियन बंदियां नूं एक कंसंट्रेशन कैंप हो गया ना जी जी, उसी पाता जेल पाता तो उन्होंने आखिर उबलना है बिल्कुल है जी। दे आर ओनली आस्किंग फॉर देयर राइट्स। अच्छा, यूनाइटेड नेशन डॉक्टर साहब ने किया कि कंडेम किया है, काफ़ी दुनिया इवन बोलीविया ने किया कि इजराइल इज़ ए टेररिस्ट स्टेट। असी जो अज देखने टेलीविजन ते मेरा ख्याल है कोई इंसान वे जिस दिल है कुछ उन्होंने रोना जरूर आता है जी कि बच्चे जिन्हों की मावां चली गई ना, छोटे छोटे बच्चे जख्मी हो गए, टंगा रह गई जी, माँ बाप मर गए, फैमिलियाँ 20-25 बंदे मर गए। इट इज़ ए कंप्लीट डिजास्टर और इट इज़ ए क्रिमिनल ऑफेंस जी, क्योंकि तुसी अगर लड़ना है तुसी उन्हां नाल लड़ो जो तुहाडे लड़ रहे हैं। तुसी 7-8 हज़ार घर तबाह कर छुड़े जी, तुसी UN स्कूलों के उत्ते बंबारी कर रहे हो जिथे बंदे रह रहे हैं, रेफ्यूज लै रहे हैं। लोगों को पहले कहते हो कि तुसी घरों निकलो, उन्होंने घर डिस्ट्रॉय कर दो, फिर जिथे वो रह रहे हैं वो भी डिस्ट्रॉय कर रहे हो। कंप्लीट जुल्म हो रहा है ये रजीम जी। हालांकि असी एक पोलिटिकल प्रोग्राम ही साडा एक कम्यूनिटी कोहीजन का प्रोग्राम है, बिल्कुल कम्यूनिटी कोहीजन ये बड़ा इंपोर्टेंट एक फैक्टर है जो असी डिस्कस कर रहे हैं, क्योंकि उसका इफेक्ट इत्थे भी होता है बिल्कुल होना। तुहानूं अगर याद होए कि जो इन्होंने
ਅਫਗਾਨਿਸਤਾਨ ਤੇ ਹਮਲਾ ਕੀਤਾ ਸੀ 9/11 ਦੇ ਬਾਅਦ ਜੀ, ਉਸ ਦੇ ਬਾਅਦ ਲੰਡਨ ਬੰਬਿੰਗ ਹੋਈ ਸੀ ਔਰ ਉਸਦਾ ਇਫੈਕਟ ਸਾਰੀ ਕਮਿਊਨਿਟੀ ਹੋਇਆ, ਸਾਰੀ ਕਮਿਊਨਿਟੀ ਨੂੰ ਸਫਰ ਕਰਨਾ ਪੈਂਦਾ। ਉਸ ਦੇ ਬਾਅਦ ਉਹਨੇ ਆ ਕੇ ਸਾਡੇ ਸਿੱਖਾਂ ਭਾਈਆਂ ਨੂੰ ਵੀ ਮਾਰਿਆ ਉਹਨਾਂ ਨੇ ਜੀ, ਕਿਉਂਕਿ ਇਹਨਾਂ ਨੂੰ ਕੀ ਪਤਾ ਮੁਸਲਮਾਨ ਕੌਣ ਹੈ, ਸਿੱਖ ਕੌਣ ਹੈ, ਹਿੰਦੂ ਕੌਣ ਹੈ ਜੀ। ਕਾਫੀ ਲੋਕਾਂ ਨੂੰ ਮਾਰ ਪਈ ਹੈ। ਉਸ ਤੋਂ ਬਾਅਦ ਕਾਫੀ ਰੇਸਿਜ਼ਮ ਕਾਫੀ ਵਧੀ ਹੈ। ਸੋ ਇਹ ਜਿਹੜਾ ਮਸਲਾ ਉੱਥੇ ਹੋ ਰਿਹਾ ਹੈ, ਜ਼ਿਆਦਾਤਰ ਜਿਹੜੇ ਸਾਡੇ ਮੁਸਲਮਾਨ ਹਨ ਉਹ ਰੈਡੀਕਲਾਈਜ਼ ਹੋ ਸਕਦੇ ਨੇ, ਯੰਗਸਟਰ ਜਿਹੜੇ ਨੇ ਜੀ ਜੀ ਜੀ, ਔਰ ਉਹਦਾ ਇਫੈਕਟ ਸਾਰੀ ਕਮਿਊਨਿਟੀ ਹੋਣਾ ਹੈ। ਤੇ ਇਸ ਵਾਸਤੇ ਇਹ ਗੱਲ ਡਿਸਕਸ ਕਰਨਾ ਔਰ ਕੀ ਹੱਲ ਹੋ ਸਕਦਾ ਇਸ ਦਾ ਔਰ ਕੀ ਵਜੂਹਾਤ ਹਨ, ਇਹ ਬੜੀ ਇੰਪੋਰਟੈਂਟ ਚੀਜ਼ਾਂ ਨੇ। ਹਾਲਾਂਕਿ ਹੋ ਸਕਦਾ ਹੈ ਬਹੁਤ ਪੋਲੀਟੀਕਲ ਇਸ਼ੂ ਵੀ ਹੋਏ ਜਿਹੜਾ ਮੇ ਬੀ ਸਾਡਾ ਪੈਨਲ ਨਹੀਂ ਡਿਸਕਸ ਕਰਨਾ ਚਾਹੁੰਦਾ, ਲੇਕਿਨ ਮੇਰੇ ਖਿਆਲ ਵਿੱਚ ਸਾਡੇ ਫਿਊਚਰ ਸੇ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਨੂੰ ਡਿਸਕਸ ਕਰੀਏ। ਥੈਂਕ ਯੂ ਜੀ। ਡਾਕਟਰ ਸਾਹਿਬ, ਆਪਣੇ ਸੰਗਾ ਸਾਹਿਬ ਵੀ ਇਜ਼ਰਾਈਲ ਕਹਿ ਰਿਹਾ ਕਿ ਕਿਉਂਕਿ ਸਾਡੇ ਤੇ ਹਮਾਸ ਵੱਲੋਂ ਲਗਾਤਾਰ ਬੰਬਾਰਮੈਂਟ ਹੋ ਰਹੀ ਹੈ, ਭਾਵੇਂ ਛੋਟੀਆਂ ਮਿਜ਼ਾਈਲਾਂ ਨੇ ਲੇਕਿਨ ਹੋ ਰਹੀ ਆ, ਇਸ ਕਰਕੇ ਅਸੀਂ ਆਪਣੀ ਇਹ ਲੜਾਈ ਆ। ਹਾਂਜੀ, ਹਮਾਸ ਜਾਂ ਗਾਜ਼ਾ ਪੱਟੀ ਵੱਲੋਂ ਇਹ ਦਿੱਤਾ ਜਾ ਰਿਹਾ ਵੀ ਕਿਉਂਕਿ 1.5 ਸਾਲ ਤੋਂ ਬਹੁਤ ਸਟਰੋਂਗ ਸੈਂਕਸ਼ਨਸ ਨੇ, ਮਤਲਬ ਆਮ ਵਸਤਾਂ ਵੀ ਨਹੀਂ ਮਿਲ ਰਹੀਆਂ ਉਹਨਾਂ ਨੂੰ, ਜੀਵਨ ਜੀਉਣ ਵਾਸਤੇ ਜੋ ਕੁਛ ਆਮ ਆਪਾਂ ਨੂੰ ਚਾਹੀਦਾ ਉਹ ਵੀ ਬੰਦ ਆ। ਤੇ 41 ਸਾਲ ਤੋਂ ਉਹਨਾਂ ਦਾ 에ਅਰਫੋਰਸ ਤੇ ਨੇਵੀ ਤੇ ਬਿਲਕੁਲ ਕੰਪਲੀਟ ਕਬਜ਼ਾ, ਇਹਨਾਂ ਦੇ ਜਿਹੜੇ ਸਰਹੱਦਾਂ ਬਿਲਕੁਲ ਬੰਦ ਨੇ 41 ਇਅਰਸ ਤੋਂ। ਹਾਂਜੀ, ਇਹ ਕਹਿੰਦੇ ਸਾਡੇ ਵੱਲੋਂ, ਇਸ ਕਰਕੇ ਸਾਡੇ ਖਿਲਾਫ ਇਹ ਜੰਗ ਆ, ਸਾਡਾ ਸਾਹ ਘੁੱਟਿਆ ਜਾ ਰਿਹਾ, ਇਸ ਕਰਕੇ ਜੰਗ ਆ, ਅਸੀਂ ਜੰਗ। ਉਹ ਕਹਿੰਦੇ ਤੁਸੀਂ ਸਾਡੇ ਖਿਲਾਫ। ਸੋ ਇਹ ਕੌਣ, ਕੀ ਹੈ, ਇਹ ਕਾਰਨ ਕੀ ਹੈ? ਦੇਖੋ ਡਾਕਟਰ ਸਾਹਿਬ, ਬਹੁਤ ਸਾਰੇ ਨੁਕਤੇ ਹਰੀਸ਼ ਹੋਣਾ ਨੇ ਤੇ ਨਜ਼ੀਰ ਸਾਹਿਬ ਨੇ ਰੇਜ਼ ਕੀਤੇ ਹੈਗੇ ਆ ਜੀ। ਹਿਊਮੈਨਿਟੇਰੀਅਨ ਪੁਆਇੰਟ ਆਫ ਵਿਊ ਤੋਂ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ, ਔਰਤਾਂ ਦੀਆਂ ਜਾਨਾਂ ਜਾ ਰਹੀਆਂ, ਜਿਹੜੇ ਨਿਰਦੋਸ਼ ਲੋਕ ਆ ਉਹਨਾਂ ਦੀਆਂ ਜਾਨਾਂ ਜਾ ਰਹੀਆਂ, ਜਾਇਦਾਦਾਂ ਤਬਾਹ ਹੋ ਰਹੀਆਂ ਜੀ। ਇਹ ਨੁਕਤੇ ਬੜੇ ਜ਼ਰੂਰੀ ਹੈ ਔਰ ਦੁਬਾਰਾ ਮੈਂ ਇਹਨਾਂ ਨੂੰ ਨਹੀਂ ਦੁਹਰਾਉਂਦਾ ਜੀ, ਕਿਉਂਕਿ ਆਪਣੇ ਪੈਨਲ ਦੇ ਵਿੱਚ ਕੋਈ ਇਜ਼ਰਾਈਲੀ ਜਾਂ ਯਹੂਦੀ ਨਹੀਂ ਜੀ ਜੀ, ਇਸ ਕਰਕੇ ਉਹਨਾਂ ਦੇ ਨੁਕਤੇ ਤੋਂ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਦੇਣਾ ਬਣਦਾ ਹੈਗਾ। ਅੱਜ ਨਿਊਯਾਰਕ ਦੇ ਵਿੱਚ 2000 ਜਿਊਸ਼ ਲੋਕਾਂ ਨੇ ਡੈਮੋਨਸਟ੍ਰੇਸ਼ਨ ਕੀਤੀ ਹੈ ਜੀ ਇਜ਼ਰਾਈਲ ਗਵਰਨਮੈਂਟ ਦੇ ਖਿਲਾਫ ਕਿ ਦਰਅਸਲ ਇਹ ਜਿਹੜੀ ਇਨਸਾਨੀਅਤ ਦਾ ਕਾਣ ਹੋ ਰਿਹਾ ਇਹ ਬੰਦ ਹੋਣਾ ਚਾਹੀਦਾ। ਜਿਹੜੇ 2000 ਲੋਕ ਨੇ ਉਹਨਾਂ ਵਿੱਚ ਹੋਰ ਵੀ ਭਾਈਚਾਰੇ ਨੇ, ਮੇਨਲੀ ਯਹੂਦੀ, ਕੁਝ ਹੋਰ ਵੀ ਹੋ ਸਕਦਾ ਰਲ ਗਏ ਹੋਣ। ਅੱਛਾ, ਕਿਉਂਕਿ ਨਿਊਯਾਰਕ ਏਰੀਆ ਦੇ ਵਿੱਚ ਨਾ ਰਾਦਰ ਸਟੇਟ ਦੇ ਵਿੱਚ ਤਕਰੀਬਨ 2 ਮਿਲੀਅਨ 20 ਲੱਖ ਜਿਊਸ਼ ਲੋਕ ਰਹਿੰਦੇ ਨੇ ਤੇ ਕਾਫੀ ਉਹਨਾਂ ਦੀ ਗਿਣਤੀ ਹੈ, ਲੌਬੀ ਤੇ ਵੋਟ ਤੇ ਉੱਥੇ ਉਹਨਾਂ ਦੇ ਹਸਪਤਾਲ, ਇੰਡਸਟਰੀ। ਬੜੀ ਹੈਰਾਨੀਜਨਕ ਇਹ ਤੱਥ ਹੈ ਕਿਉਂਕਿ ਅੱਗੇ ਆਪਾਂ ਹਮੇਸ਼ਾ ਇਦਾਂ ਲੈਂਦੇ ਆਏ ਵੀ ਮੁਸਲਮਾਨ ਨੇ ਹਮੇਸ਼ਾ ਫਲਸਤੀਨ ਦੀ ਸਾਈਡ ਲੈਣੀ ਹੁੰਦੀ ਹੈ ਹਾਂ, ਤੇ ਜਿਹੜੇ ਯਹੂਦੀ ਨੇ ਉਹਨਾਂ ਨੇ ਹਮੇਸ਼ਾ ਇਜ਼ਰਾਈਲ ਦੀ ਗੱਲ ਕਰਨੀ ਹੁੰਦੀ ਆ। ਪਰ ਇਹ ਜਿਹੜੀ ਗੱਲ ਹੈ ਅਹਿਮੀਅਤ ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਇਜ਼ਰਾਈਲ ਆਪਣੇ ਆਪ ਨੂੰ ਡੈਮੋਕ੍ਰੈਟਿਕ ਸਟੇਟ ਵੀ ਸਮਝਦਾ ਜੀ, ਕਿਉਂਕਿ ਉੱਥੇ ਲਾਜ਼ਮੀ ਤੌਰ ਤੇ ਜਿਹੜੀ ਮੇਨ ਸਟ੍ਰੀਮ ਰਿਲੀਜੀਅਸ ਲੌਬੀ ਹੈਗੀ ਹੈ, ਕਹਿ ਲਓ ਕਿ ਰਾਈਟ ਵਿੰਗ ਐਕਸਟ੍ਰੀਮ ਲੌਬੀ ਬੜੀ ਸਟਰੋਂਗ ਹੈਗੀ ਹੈ ਜੀ। ਗਵਰਨਮੈਂਟ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਅਕਸਰ ਕੁਝ ਨਹੀਂ ਕਰਦੀ, ਪਰ ਨਾਲ ਉੱਥੇ ਲੇਬਰ ਪਾਰਟੀ ਤੇ ਬਾਕੀ ਪਾਰਟੀਆਂ ਵੀ ਹੈਗੀਆਂ ਜੀ ਜੀ। ਤੇ ਦੂਸਰੇ ਪਾਸੇ ਹਮਾਸ ਆਪਣੇ ਗਾਜ਼ਾ ਦੇ ਵਿੱਚ ਜਿਵੇਂ ਤੁਸੀਂ ਸਾਰਿਆਂ ਨੇ ਬਿਆਨ ਕਰਤਾ ਹੈਗਾ, ਉੱਥੇ ਬੜੀ ਨਾਜ਼ੁਕ ਸਥਿਤੀ ਹੈਗੀ ਹੈ। ਜੇ ਅੱਜ ਦੀ ਰਿਪੋਰਟ ਜਿਹੜੀ ਇੰਡੀਅਨ ਟੈਲੀਵਿਜ਼ਨ NDTV ਨੇ ਕਵਰ ਕੀਤੀ ਹੈਗੀ ਹੈ, ਜੇ ਉਹ ਸਹੀ ਹੈ ਤੇ ਉੱਥੇ ਇੱਕ ਹੋਟਲ ਤੇ ਰਿਹਾਇਸ਼ੀ ਏਰੀਆ ਦੇ ਵਿੱਚ ਜਿਹੜੇ ਉਹ ਮਿਜ਼ਾਈਲ ਜਾਂ ਆਪਣੇ ਉਥੋਂ ਰਾਕਟ ਛੱਡਦੇ ਨੇ, ਉਹਨਾਂ ਦੀ ਇੱਕ ਟੈਂਟ ਦੇ ਥੱਲੇ ਫੈਕਟਰੀ ਡਿਸਕਵਰ ਕੀਤੀ ਜਿੱਥੋਂ ਰਾਕਟ ਜਾ ਰਹੇ ਸੀਗੇ। ਪਰ ਉਹ ਲਾਜ਼ਮੀ ਤੌਰ ਤੇ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚੋਂ ਇਸ ਕਿਸਮ ਦੀਆਂ ਘਟਨਾਵਾਂ ਕਰਨੀਆਂ ਵੀ ਉਹ ਵਾਜਬ ਨਹੀਂ ਹੈਗੀਆਂ, ਮਤਲਬ ਕਿ ਇੰਟਰਨੈਸ਼ਨਲ ਵਾਰ ਅਸੂਲ ਜਿਹੜੇ ਹੈਗੇ ਆ ਉਹਦੇ ਮੁਤਾਬਕ, ਕਿਉਂਕਿ ਉਹ ਸਿਵਲੀਅਨ ਏਰੀਆਜ਼ ਆਉਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਇਜ਼ਰਾਈਲ ਨੂੰ ਇਹ ਲਾਇਸੈਂਸ ਆ ਕਿ ਸਿਵਲੀਅਨ ਆਮ ਪੋਪੂਲੇਸ਼ਨ ਦੇ ਏਰੀਆਜ਼ ਨੂੰ ਤਬਾਹ ਕੀਤਾ ਜਾਵੇ, ਉਹਦਾ ਕੋਈ ਹੋਰ ਹੱਲ ਲੱਭਣਾ ਚਾਹੀਦਾ ਹੈ ਜੀ। ਜੇ ਉਹਨਾਂ ਦੀ ਸ਼ਿਕਾਇਤ ਹੈਗੀ ਹੈ ਕਿ ਸਿਵਲੀਅਨ ਏਰੀਆ ਦੇ ਵਿੱਚ ਸਾਡੇ ਆ ਕੇ ਰਾਕਟ ਡਿੱਗਦੇ ਹੈਗੇ ਆ, ਸਾਡਾ ਨੁਕਸਾਨ ਹੁੰਦਾ ਲੋਕਾਂ ਦਾ, ਬੱਚਿਆਂ ਦਾ, ਜਾਇਦਾਦਾਂ, ਸਕੂਲਾਂ ਦਾ ਜਾਂ ਹੋਰ ਸਾਰਾ, ਤੇ ਉਹ ਯੂਨਾਈਟਿਡ ਨੇਸ਼ਨ ਹੀ, ਕਿਉਂਕਿ ਉਹਨਾਂ ਦੀ ਲੌਬੀ ਬੜੀ ਤਕੜੀ ਹੈਗੀ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ, ਯੂਰਪੀਅਨ ਯੂਨੀਅਨ, ਈਵਨ ਆਪਣੇ ਸੋਵੀਅਤ ਤਾਂ ਨਹੀਂ, ਹੁਣ ਰਸ਼ੀਅਨ ਫੈਡਰੇਸ਼ਨ ਦੇ ਵਿੱਚ ਵੀ ਉਹਨਾਂ ਦਾ ਕਾਫੀ ਪ੍ਰਭਾਵ ਹੈਗਾ। ਤੇ ਬਹੁਤ ਸਾਰੇ ਅਦਾਰੇ ਹੈਗੇ ਜਿਨ੍ਹਾਂ ਰਾਹੀਂ ਇਹ ਚੀਜ਼ਾਂ ਲੱਭੀਆਂ ਜਾ ਸਕਦੀਆਂ, ਇਹਦਾ ਹੱਲ ਲੱਭਿਆ ਜਾ ਸਕਦਾ। ਪਰ ਇਹ ਗੱਲ ਜਿਹੜੀ ਹੈਗੀ, ਤੁਸੀਂ ਤੁਹਾਡੇ ਸਵਾਲ ਦਾ ਜਿਹੜਾ ਮੁੱਖ ਕਾਰਨ
ਇਹ ਹੈਗਾ ਕਿ ਅੱਜ ਜਿਹੜੀ ਵਾਰਤਾਲਾਪ ਮਿਸਰ ਦੇ ਵਿੱਚ ਕਾਇਰੋ ਦੇ ਵਿੱਚ ਸ਼ੁਰੂ ਹੋਈ ਹੈ ਜੀ, ਚੰਗੀ ਗੱਲ ਇਹ ਹੈਗੀ ਕਿ ਆ ਹੁਣ ਇਸ ਵੇਲੇ ਤਕਰੀਬਨ ਸੀਜ਼ਫਾਇਰ ਹੋਇਆ ਹੈ ਜੀ, ਕੋਈ ਬੰਬ ਨਹੀਂ ਡਿੱਗ ਰਿਹਾ, ਕੋਈ ਮਿਸਾਈਲ ਨਹੀਂ ਚੱਲ ਰਹੀ, ਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹਦੇ ਨਾਲ ਚੰਗੀ ਕੋਈ ਸ਼ੁਰੂਆਤ ਹੋਏਗੀ। ਤੇ ਅਮਰੀਕਾ ਨੇ, ਈਜਿਪਟ ਨੇ ਤੇ ਬਾਕੀਆਂ ਨੇ ਉਹ 2 ਸਟੇਟ ਸੋਲੂਸ਼ਨ ਜਿਹੜਾ ਹੈਗਾ ਕਿ ਇਜ਼ਰਾਈਲ ਪੈਲਸਟਾਈਨ ਦੀ ਜਿਹੜੀ ਇੰਡੀਪੈਂਡੈਂਟ ਸਟੇਟ ਹੈ ਉਹਨੂੰ ਰੈਕੋਗਨਾਈਜ਼ ਕਰੇ, ਠੀਕ, ਤੇ ਪੈਲਸਟੀਨੀਅਨ ਵਿੱਚ ਹਮਾਸ ਤੇ ਬਾਕੀ ਸਾਰੇ ਉਹ ਇਜ਼ਰਾਈਲ ਸਟੇਟ ਨੂੰ ਰੈਕੋਗਨਾਈਜ਼ ਕਰਨ ਜੀ, ਤੇ ਦੋਵੇਂ ਸਟੇਟਾਂ ਚੰਗੇ ਨੇਬਰ ਦੇ ਤੌਰ ਤੇ ਆਪੋ ਵਿੱਚ ਹੀ ਮਿਲ ਵਰਤ ਕੇ ਰਹਿ ਸਕਣ। ਨਹੀਂ ਤਾਂ ਤਕਰੀਬਨ ਪਹਿਲਾਂ ਮਿਸਰ ਦੇ ਨਾਲ 1967 ਦੇ ਵਿੱਚ ਲੜਾਈ ਹੋਈ, ਫਿਰ ਮਤਲਬ ਕਿ ਆਪਣੇ ਇੱਧਰ ਤਾਂ ਚੱਲਦਾ ਰਿਹਾ ਤਕਰੀਬਨ, ਜਿਵੇਂ ਨਜ਼ੀਰ ਸਾਹਿਬ ਨੇ ਦੱਸਿਆ ਹੈਗਾ, ਪਹਿਲਾਂ ਇਹ ਕਨਫਲਿਕਟ ਕਾਫੀ ਦੇਰ ਤੋਂ ਤੁਰਿਆ ਰਿਹਾ। ਪਰ ਅਖੀਰਲੀ ਗੱਲ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਯਹੂਦੀ ਲੋਕ ਤਕਰੀਬਨ ਉਹਨਾਂ ਦੀ ਮਾਨਸਿਕਤਾ ਇਹ ਹੈਗੀ ਹੈ ਕਿ ਪਿਛਲੇ 2-2.5 ਹਜ਼ਾਰ ਸਾਲ ਦੇ ਵਿੱਚ ਅਸੀਂ ਵਿਕਟਮ ਆ, ਸਾਨੂੰ ਪਰਸੀਕਿਊਟ ਕੀਤਾ ਗਿਆ, ਜਿਹੜਾ ਮਤਲਬ ਕਿ ਸੈਕੰਡ ਵਰਲਡ ਵਾਰ ਦੇ ਜਿਵੇਂ ਦੱਸਿਆ ਹੈਗਾ ਬਹੁਤ ਵੱਡੀ ਉਦਾਹਰਨ ਹੈ। ਪਰ ਇਹਦਾ ਭਾਵ ਇਹ ਨਹੀਂ ਕਿ ਉਹ ਜਿਹੜੀ ਪਰਸੀਕਿਊਸ਼ਨ ਤੁਸੀਂ ਦੂਜਿਆਂ ਤੇ ਵੀ ਕਰੋ ਉਹਨੂੰ ਰੀਪਰੋਡਿਊਸ ਕਰੋ, ਤੇ ਇਹ ਬੜਾ ਐਗਜ਼ਾਮੀਨੇਸ਼ਨ ਸੈਲਫ ਐਗਜ਼ਾਮੀਨੇਸ਼ਨ ਦੀ ਲੋੜ ਹੈਗੀ ਹੈ। ਬਹੁਤ ਬਹੁਤ ਧੰਨਵਾਦ ਜੀ। ਮਹੇਸ਼ ਸਾਹਿਬ ਤੁਸੀਂ ਗੱਲਬਾਤ ਸੁਣੀ ਆ, ਹੁਣ ਗੱਲ ਹੋਈ ਸੀ ਥੋੜੀ ਜਿਹੀ ਹਿਊਮਨ ਸ਼ੀਲਡ ਦੀ ਵੀ। ਹਿਊਮਨ ਸ਼ੀਲਡ ਜਿਹੜੀ ਹੈ ਭਈ ਐਸੀ ਜਗ੍ਹਾ ਦੇ ਉੱਤੋਂ ਕਾਰਖਾਨੇ ਲਾ ਲੈਣੇ ਜਾਂ ਦੂਸਰੇ ਦੇਸ਼ ਤੇ ਅਟੈਕ ਕੀਤਾ ਜਾਣਾ ਜਿੱਥੇ ਪਾਪੂਲੇਸ਼ਨ ਬਹੁਤ ਸੰਘਣੀ ਆ, ਤਾਂ ਕਿ ਉਹ ਦੂਸਰੇ ਅਟੈਕ ਨਾ ਕਰ ਸਕਣ, ਪਰ ਉਹ ਕਰਦੇ ਨੇ। ਸਕੂਲ ਢਹਿ ਰਹੇ ਨੇ, ਬੜਾ ਕੁਛ ਹੋ ਰਿਹਾ ਜੀ, ਬੱਚੇ ਮਾਰੇ ਜਾ ਰਹੇ ਨੇ। ਹਾਂਜੀ, ਇਹ ਮੈਂ ਸਮਝਦਾ ਕਿ ਜਿਹੜੇ ਲੋਕ ਆਜ਼ਾਦੀ ਚਾਹੁੰਦੇ ਆ ਉਹਨਾਂ ਨੂੰ ਆਜ਼ਾਦ ਨਾ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਭ ਕੇ, ਜਿਹੜੀ ਅਸੀਂ ਸਟ੍ਰਾਈਪ ਦੀ ਗੱਲ ਕਰਦੇ ਆ, ਡਾਕਟਰ ਸਾਹਿਬ ਨੇ ਗੈਸ ਦੀ ਗੱਲ ਕੀਤੀ, ਮੈਂ ਸਮਝਦਾ ਕਿ ਇਹ ਜਿਹੜਾ ਗਾਜ਼ਾ ਇਹ 2005 ਵਿੱਚ ਇਜ਼ਰਾਈਲ ਨੇ ਕੰਟਰੋਲ ਕੀਤਾ ਜੀ, ਉਦੋਂ ਬਾਅਦ ਵਿੱਚ ਉਹਨਾਂ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ ਗਿਆ। ਉਹ ਵਿਚਾਰੇ 53% ਜਿਹੜੇ ਉਹ ਬੱਚੇ ਹੀ ਉੱਥੇ ਰਹਿ ਗਏ। ਇੰਨਾ ਗਰੀਬ ਮਾਰ ਮੈਂ ਕਹਿੰਦਾ ਕਿ ਉਹਨਾਂ ਦੇ ਕੋਲ ਨਾ ਤੇ ਪਾਣੀ ਆ, ਨਾ ਕੋਈ ਰਿਸੋਰਸਿਸ ਹੈ, ਇੱਕ ਬਾਹਰੋਂ ਕੁਝ ਮੰਗਾ ਸਕਣ, ਨਾ ਕੋਈ ਬਿਜ਼ਨਸ ਚੱਲ ਸਕਦੀ, ਕੋਈ 에ਅਰਪੋਰਟ ਕੋਈ ਨਹੀਂ ਉੱਥੇ। ਕੁਝ ਇਦਾਂ ਦਾ ਕੋਈ ਦਾਇਰਾ ਹੋਣਾ ਚਾਹੀਦਾ। ਮਹੇਸ਼ ਸਾਹਿਬ, ਜੇ ਪਿਛਲੇ 41 ਸਾਲ ਤੋਂ ਇਜ਼ਰਾਈਲ ਇਹ ਸਰਹੱਦਾਂ ਨਾ ਕੰਟਰੋਲ ਕਰਦਾ ਤੇ ਇੱਕ ਇਸਲਾਮਿਕ ਦੇਸ਼ਾਂ ਦੇ ਵਿਚਾਲੇ ਇੱਕ ਨਿੱਕੇ ਜਿਹੇ ਦੇਸ਼ ਨੂੰ ਕੀ ਤੁਸੀਂ ਕੀ ਸਮਝਦੇ ਕੀ ਹੁੰਦਾ ਉੱਥੇ? ਦੇਖੋ, ਪਹਿਲਾਂ ਜਿਹੜੀ ਇਜ਼ਰਾਈਲ ਸੀ, ਅਗਰ ਉਹਨਾਂ ਦੀ ਕਿਸੇ ਨਾਲ ਹੋਈ ਤੇ ਉਹ ਤਕਰੀਬਨ ਬਰਾਬਰ ਦੀ ਟੱਕਰ ਵੀ ਹੋਈ ਉਹਨਾਂ ਦੀ। ਇਹ 1948 ਤੋਂ ਲੈ ਕੇ 6-7 ਵਾਰੀ ਆਪਸ ਵਿੱਚ ਹੋਈ ਹੈ, ਪੈਲਸਟੀਨੀਅਨਸ ਹੋ ਗਏ, ਫਿਰ ਦੂਸਰੇ ਹੁੰਦੀ ਰਹੀ ਇਹਨਾਂ ਦੀ। ਲੇਕਿਨ ਜਿਹੜੀ ਪਹਿਲਾਂ ਹਮੇਸ਼ਾ ਜਿੰਨੀ ਵੀ ਇਹਨਾਂ ਦੀ ਹੋਈ ਆਪਸ ਵਿੱਚ ਉਹ ਟੱਕਰ ਉਹ ਬਰਾਬਰ ਦੀ ਸੀਗੀ, 2 ਤੁਸੀਂ ਮਾਰਦੇ 2 ਵੀ ਮਾਰਦੇ ਸੀ। ਹੁਣ ਇਹ ਗਾਜ਼ਾ ਵਾਲੇ ਵਿਚਾਰੇ ਗਰੀਬ ਲੋਕ ਆ, ਨਾ ਤਾਂ ਉਹਨਾਂ ਕੋਲ ਸਮਾਨ, ਨਾ ਉਹ ਕਿਸੇ ਪਾਸੇ ਦੌੜ ਵੀ ਨਹੀਂ ਸਕਦੇ, ਕਿਉਂਕਿ ਇਹ 1905 ਤੋਂ ਬਾਅਦ ਹੁਣ ਤਾਂ ਜ਼ਿਆਦਾ ਗਰਮ ਹੋਈ ਆ। ਪਿਛਲੇ 9 ਸਾਲ ਹੋ ਗਏ, 2005 ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹਨਾਂ 'ਤੇ ਜ਼ੁਲਮ ਹੁੰਦਾ ਆ ਰਿਹਾ। ਉਹਨਾਂ ਕੋਲ ਪਹਿਲੀ ਗੱਲ ਤਾਂ ਉੱਥੇ ਕੋਈ ਡੀਸੈਂਟ ਸਕੂਲ ਹੈ ਹੀ ਨਹੀਂ ਸੀ ਪਹਿਲਾਂ ਜੀ। ਉਹ ਜਿਹੜੇ ਹੈਗੇ ਸੀ ਉਹ ਵੀ ਡਿਸਟਰੋਏ ਕਰ ਦਿੱਤੇ ਸੀ। ਮੈਂ ਆਪਾਂ ਕਾਰਨ ਤੇ ਇਸ ਵੇਲੇ ਗੱਲ ਕਰ ਰਿਹਾ ਸੀ ਕਿ ਕਾਰਨ ਕੀ ਹੈ ਨਾ, ਫਿਰ ਆਪਾਂ ਹੱਲ ਤੇ ਆਵਾਂਗੇ। ਇਹਦਾ ਕਾਰਨ ਇਹ ਹੈ ਕਿ ਵੀ ਉਹ ਪਹਿਲਾਂ ਇਜ਼ਰਾਈਲ ਦੇ ਅੰਡਰ ਗਾਜ਼ਾ ਕਬਜ਼ੇ 'ਚ ਚਾਹੁੰਦੇ ਹੋ ਵੀ ਮੇਰੇ ਸਾਡੇ ਉਹ ਚਾਹੁੰਦੇ ਕਿ ਅਸੀਂ ਇੱਥੋਂ ਆਜ਼ਾਦ ਹੋਈਏ। ਠੀਕ ਹੈ ਸਰ, ਠੀਕ। ਪੰਡਤ ਆਪਣੇ ਵਿਸ਼ੇਸ਼ ਸਾਹਿਬ ਪਈ ਗੱਲ ਤੁਸੀਂ ਸੁਣੀ ਹੈ ਬਹੁਤ ਪਾਸਿਆਂ ਤੋਂ, ਹੈ ਨਾ, ਤੇ ਤਕਰੀਬਨ ਸਾਰੀ ਦੁਨੀਆ ਹੀ ਇਹ ਕੰਡੈਮ ਕਰ ਰਹੀ ਹੈ ਇਸ ਚੀਜ਼ ਨੂੰ, ਹੈ ਨਾ ਜੀ। ਪਰ ਜਿਹੜੀ ਹਿਸਟੋਰਿਕ ਪਿਛੋਕੜ ਹੈ ਉਹਦੇ ਸੰਦਰਭ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਵੀ ਇਹਦਾ ਕੀ ਕਾਰਨ? ਇਸ ਹਿਸਾਬ 2 ਚੀਜ਼ਾਂ ਹੈ ਲੜਾਈ ਦੀ, ਇੱਕ ਤਾਂ ਹੈ ਕਿ ਜ਼ਮੀਨ, ਦੂਜਾ ਹੈ ਰਿਲੀਜਨ ਜੀ। ਔਰ 2 ਹੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੈ ਕਿ ਜਿਹੜੇ ਲੀਡਰ ਹੈ ਉਹ ਆਪ ਤਾਂ ਕਦੀ ਮਰਦੇ ਨਹੀਂ, ਨਾ ਉਹਨਾਂ ਦੇ ਬੱਚੇ ਮਰਦੇ। ਮਰਨ ਵਾਲੇ ਨਿਰਦੋਸ਼ ਬੱਚੇ ਹੈ ਜਾਂ ਔਰਤਾਂ ਹੈ ਜਾਂ ਗਰੀਬ ਲੋਕੀ ਹੈ, ਉਹੀ ਹਮੇਸ਼ਾ ਮਰਦੇ। ਔਰ 2 ਹੀ ਚੀਜ਼ਾਂ ਕਦੀ ਵੀ ਜ਼ਿੰਦਗੀ ਤੇ। ਅਜੀਬ ਗੱਲ ਇਹ ਹੈ ਪੰਡਤ ਜੀ ਕਿ ਜਿਸ ਦੇਸ਼ ਦੇ ਆਪਣੇ ਕਿੰਨੇ 60 ਮਿਲੀਅਨ ਲੋਕ ਕਦੇ ਮਾਰੇ ਗਏ ਨਹੀਂ ਬੇਦਰਦੀ ਦੇ ਨਾਲ ਜੀ, ਉਹ ਕਿਉਂ ਜ਼ੁਲਮ ਕਰੂਗਾ? ਉਹਨੂੰ ਪਤਾ ਨਹੀਂ ਵੀ ਮੇਰਾ ਕੀ ਹਾਲ ਹੋਇਆ ਸੀ। ਨਹੀਂ, ਜਦੋਂ ਬੰਦੇ ਦਾ ਦਿਮਾਗ ਕੰਮ ਨਾ ਕਰੇ ਉਹ ਕੁਝ ਵੀ ਕਰ ਸਕਦਾ, ਕਿਉਂਕਿ ਉਹਦੇ ਦਿਮਾਗ 'ਚ 2 ਹੀ ਚੀਜ਼ਾਂ, ਇੱਕ ਜ਼ਮੀਨ ਹੈ, ਇੱਕ ਰਿਲੀਜਨ ਹੈ ਜੀ। ਠੀਕ, ਰਿਲੀਜਨ ਦੀ ਉਹ ਵਿਆਖਿਆ ਨਹੀਂ ਕਰ ਸਕਦੇ, ਜ਼ਮੀਨ ਵਾਸਤੇ ਲੜਨਾ ਆਪਸ 'ਚ ਜ਼ਿਆਦਾ ਉਹ ਠੀਕ ਸਮਝਦੇ, ਪਰ ਉਹ ਇਹ ਨਹੀਂ ਸਮਝਦੇ ਰਿਲੀਜਨ ਜਿਹੜਾ ਹੈ ਆਤਮਾ ਦੀ ਖੁਰਾਕ ਹੈ, ਮਨ ਦੀ ਖੁਰਾਕ ਹੈ, ਇਹ ਸਰੀਰ ਦੀ ਖੁਰਾਕ ਨਹੀਂ। ਜਦੋਂ ਤਾਈਂ ਬੰਦਾ ਕੋਈ ਵੀ ਹੋਵੇ ਸਰੀਰ ਦੀ ਖੁਰਾਕ ਇਹਨੂੰ ਸਮਝੂਗਾ, ਉਹ ਹਮੇਸ਼ਾ ਲੜਾਈ ਲਈ ਜਾਊਗਾ। ਜਿਹੜਾ ਬੰਦਾ ਸਮਝੂਗਾ ਮਨ ਦੀ ਖੁਰਾਕ ਹੈ, ਆਤਮਾ ਦੀ ਖੁਰਾਕ ਹੈ,
ਉਸ ਲੜਾਈ ਤੋਂ ਦੂਰ ਰਹੋ। ਇਹੀ ਗੱਲ ਹੈ, ਤਾਂ ਕਰਕੇ ਜਿੰਨੇ ਵੀ ਇਹ ਲੋਕੀ ਲੜਦੇ ਆ ਇਹ ਜ਼ਮੀਨ ਵਾਸਤੇ ਹੈ ਜਾਂ ਰਿਲੀਜਨ ਦੀ ਚਾਦਰ ਓੜ ਕੇ ਆਪਣੇ ਆਪ ਤੇ ਉਹਦੇ ਵਾਸਤੇ ਉਹ ਉਹਨੂੰ ਇੱਕ ਟੂਲ ਵਾਸਤੇ ਵਰਤ ਰਹੇ ਨੇ ਆਪਣੇ। ਕਾਲੀਆ ਸਾਹਿਬ ਆ ਗੱਲ ਧਰਮ ਦੀ ਹੋਈ ਆ, ਤੇ ਉਹ ਇਕਬਾਲ ਸਾਹਿਬ ਕਹਿੰਦੇ ਹੁੰਦੇ ਵੀ ਮਜ਼ਹਬ ਨਹੀਂ ਸਿਖਾਤਾ ਕਿਸੇ ਸੇ ਵੈਰ ਰੱਖਣਾ, ਲੇਕਿਨ ਲਗਾਤਾਰ ਹੀ ਹੈ ਇਹ ਗੱਲ ਆਉਂਦੀ ਆ ਉੱਭਰ ਕੇ ਹਮੇਸ਼ਾ ਹੀ। ਤੁਸੀਂ ਕੀ ਮਹਿਸੂਸ ਕਰਦੇ ਜੀ? ਜਿਸ ਤਰ੍ਹਾਂ ਪਹਿਲਾਂ ਕਈ ਭਾਈਆਂ ਨੇ ਦੱਸਿਆ, ਇਸ ਗੱਲ ਦਾ ਜ਼ਿਕਰ ਕੀਤਾ ਵੀ ਜੋ ਕੁਛ ਉੱਥੇ ਜਿਹੜਾ ਨੁਕਸਾਨ ਤੋਂ ਜਿਹੜੀ ਗੱਲ ਸ਼ੁਰੂ ਹੋਈ ਆ ਜੀ, ਵੀ ਇੰਨਾ ਨੁਕਸਾਨ ਹੋਇਆ, ਉੱਥੇ 9500 ਤੋਂ ਜ਼ਿਆਦਾ ਜਿਹੜੇ ਲੋਕ ਇੰਜਰਡ ਹੋਏ, ਨੀਅਰਲੀ 3000 ਬੱਚੇ ਉਹਦੇ ਵਿੱਚ ਸ਼ਾਮਲ ਸਨ ਜੀ, 141 ਸਕੂਲ ਜਿਹੜੇ ਬਿਲਕੁਲ ਤਬਾਹ ਕਰ ਦਿੱਤੇ ਗਏ। ਇਸ ਲੜਾਈ ਦਾ ਐਂਡ ਕੋਈ ਨਜ਼ਰ ਨਹੀਂ ਆ ਰਿਹਾ। ਵਜ੍ਹਾ ਕੀ ਆ? ਜਿਸ ਤਰ੍ਹਾਂ ਪੰਡਿਤ ਜੀ ਨੇ ਕਿਹਾ, ਲੈਂਡ ਆ ਜਾਂ ਪਾਵਰ ਆ, ਵੀ ਕੋਈ ਲੈਣਾ ਚਾਹੁੰਦਾ ਹੈ, ਇਸਰਾਈਲ ਲੈਣਾ ਚਾਹੁੰਦਾ ਹੈ ਜੀ। ਗਾਜ਼ਾ, ਜਿਹੜੀ ਗਾਜ਼ਾ ਦੀ ਗੱਲ ਆ, ਗਾਜ਼ਾ ਤੇ ਜਿਹੜਾ ਹਮਾਸ ਦਾ ਜਿਹੜਾ ਪਾਵਰ ਆ ਜੀ, ਉਹ ਜ਼ਿਆਦਾ ਹਮਾਸ ਦਾ ਇਫੈਕਟ ਸ਼ੋ ਹੋ ਰਿਹਾ ਜੀ। ਹਮਾਸ ਅਟੈਕ ਕਰਦਾ ਤੇ ਗਾਜ਼ਾ ਦਾ ਨਾਂ ਵੱਜਦਾ, ਪੈਲਸਤੀਨ ਦਾ ਨਾਂ ਵੱਜਦਾ ਜੀ। ਹਮਾਸ ਇੱਕ ਗਰੁੱਪ ਹੈ ਜਿਹਨੂੰ ਕਿ ਬਹੁਤ ਸਾਰੇ ਨਿਊਜ਼ ਦੇ ਵਿੱਚ, ਬਹੁਤ ਸਾਰੇ ਪੇਪਰਾਂ ਦੇ ਵਿੱਚ, ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇੱਕ ਟੈਰਰਿਸਟ ਗਰੁੱਪ ਵੀ ਮੰਨਿਆ ਗਿਆ ਉਹਨਾਂ ਨੇ, ਜਿਹੜਾ ਕਿ ਪਿਛਲੇ 2000 ਤੋਂ ਲੈ ਕੇ ਪਿਛਲੇ 9 ਸਾਲਾਂ 'ਚ ਬਹੁਤ ਸਾਰੇ ਜ਼ੁਲਮ, ਬਹੁਤ ਸਾਰੇ ਅਟੈਕ ਜਿਹੜੇ ਹੈਗੇ ਆ ਇਸਰਾਈਲ ਤੇ ਵੀ ਹੋਏ ਆ ਜੀ, ਦੂਸਰੇ ਮੁਲਕਾਂ ਤੇ ਵੀ ਉਹ ਕਰਦੇ ਹਨ। ਬਾਕੀ ਜਿਹੜੇ ਸੁਸਾਈਡ ਬੰਬਰ ਆ, ਜਿਹੜਾ ਫਸਟ ਸੁਸਾਈਡ ਬੰਬਰ ਆ 1993 ਦੇ ਵਿੱਚ, ਉਹ ਹਮਾਸ ਨੇ ਤਿਆਰ ਕੀਤਾ ਸੀ। ਇਸ ਦੀ ਵਜ੍ਹਾ ਦੇ ਨਾਲ ਇਹ ਜਿਹੜੀ ਲੜਾਈ ਆ ਇਹ ਛੁਪਦੀ ਨਜ਼ਰ ਨਹੀਂ ਜਾ ਰਹੀ, ਜਾਂਦੀ ਨਜ਼ਰ ਨਹੀਂ ਆ ਰਹੀ। ਜੀ ਜੀ। ਹੁਣ ਠੀਕ ਹੈ, ਹੁਣ ਪੀਸ ਪ੍ਰੋਸੈਸ ਸ਼ੁਰੂ ਹੋਇਆ, ਰੱਬ ਭਲਾ ਕਰੇ ਉਹਨਾਂ ਦਾ, ਵੀ ਸ਼ਾਇਦ ਉਹਨਾਂ ਦੇ ਕੁਝ ਦਿਮਾਗ 'ਚ ਆ ਜਾਵੇ ਜੀ ਜੀ, ਵੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਜਿਹੜੀ ਗੱਲ ਮੈਂ ਸਵਾਲ ਮਹੇਸ਼ ਸਾਹਿਬ ਨੂੰ ਵੀ ਕੀਤਾ ਸੀਗਾ, ਜੇ ਇਜ਼ਰਾਈਲ ਨਾ ਇਹ ਕੋਈ ਵੀ ਸੈਂਕਸ਼ਨਸ ਲਾਉਂਦਾ ਆਪਣੀਆਂ ਸਰਹੱਦਾਂ ਤੇ, ਜਾਂ ਗਾਜ਼ਾ ਪੱਟੀ ਦੀ ਗੱਲ ਹੋ, ਤੁਸੀਂ ਗੱਲ ਸਕਾਈ ਵੀ ਖੁੱਲ੍ਹਾ ਛੱਡ ਦਿੰਦਾ, ਨੇਵੀ ਵੀ ਖੁੱਲ੍ਹੀ ਛੱਡ ਦਿੰਦਾ, ਫਿਰ ਕੀ ਹੁੰਦਾ? ਸਵਾਲ ਤੁਸੀਂ ਬੜਾ ਪਚੀਦਾ ਕਿ ਕੀਤਾ ਹੈਗਾ। ਜੇ ਮੇਰਾ ਮਤਲਬ ਜਿਹੜੀ ਗੱਲ ਹੈ ਨਾ ਵੀ ਜਿਹੜਾ ਅਸੀਂ ਤੌਖਲੇ 'ਚ ਜੀ ਰਹੇ ਹਾਂ ਇੱਕ ਦੂਜੇ ਤੋਂ, ਉਹ ਵੀ ਤੌਖਲੇ 'ਚ ਹੈ ਨਾ। ਹਾਂਜੀ ਹਾਂਜੀ ਹਾਂਜੀ। ਦੇਖੋ ਜਾਣੀ ਕਿ ਜਿਹੜੀ ਜੋ ਕਿਤੇ ਵੀ ਲੜਾਈਆਂ ਹੋਈ, ਜਿੱਦਾਂ ਪਹਿਲਾਂ ਆਪਾਂ ਵੀਅਤਨਾਮ ਦੀ ਵੀ ਐਗਜ਼ਾਮਪਲ ਲਈਏ ਜੀ, ਜਾਂ ਇਵਨ ਸਾਊਥ ਅਫਰੀਕਾ ਵਿੱਚ ਵੀ ਕਿੰਨੀ ਦੇਰ ਘੋਲ ਜਾਣ ਕੇ ਚੱਲਦਾ ਰਿਹਾ। ਜੇ ਕੁਝ ਕਰਨਾ ਹੋਵੇ ਤਾਂ ਉਹਦੇ ਫੈਸਲੇ ਹੋ ਜਾਂਦੇ ਆ। ਹੁਣ ਇਹ ਸੈਂਚਰੀ ਮਨਾ ਰਹੇ ਹੈਗੇ ਆ ਪਹਿਲੀ ਵਰਲਡ ਵਾਰ ਦੀ, ਆਖਰਕਾਰ ਤਾਂ ਫੈਸਲਾ ਕਿਹੜਾ ਹੈਗਾ ਟੇਬਲ ਤੇ ਬੈਠ ਕੇ ਹੁੰਦਾ ਜੀ। ਤੇ ਮੈਂ ਮਹਿਸੂਸ ਕਰ ਲਿਆ ਜਾਣੀ ਕਿ ਜੇ ਹੋਰ ਜਗ੍ਹਾ ਤੇ ਅਸੀਂ ਸੈਂਕਸ਼ਨਸ ਲਾ ਸਕਦੇ ਹਾਂ, ਤੇ ਜੇ ਸਾਨੂੰ ਇਹ ਪਤਾ ਲੱਗ ਰਿਹਾ ਵੀ ਇੱਥੇ ਜ਼ੁਲਮ ਹੋ ਰਿਹਾ ਤੇ ਉੱਥੇ ਸੈਂਕਸ਼ਨਸ ਕਿਉਂ ਨਹੀਂ ਲੱਗਦੇ? ਪਹਿਲਾ ਤਾਂ ਸਵਾਲ ਜਾਣੀ ਕਿ ਇਹ ਹੈ ਜੀ। ਦੂਜੀ ਗੱਲ ਇਹ ਹੈਗੀ ਵੀ ਜਿਹੜੀ UNO ਦੀ ਗੱਲ ਹੈਗੀ ਆ, UNO ਤੋਂ ਜੇ ਪਾਵਰ ਅਸੀਂ ਮੰਨਦੇ ਹਾਂ ਲੱਗੇ, ਉਹਦੀ ਪਾਵਰ ਨੂੰ ਸਾਰੀ ਦੁਨੀਆ ਮੰਨਦੀ ਹੈਗੀ ਆ, ਤੇ ਉਹਦੇ 'ਚ ਬੈਠ ਕੇ ਫਿਰ ਪੱਕਾ ਫੈਸਲਾ ਕਿਉਂ ਨਹੀਂ ਕਰਦੇ ਇਹ? ਜਿਹੜਾ ਰੋਜ਼ ਦਾ ਤੁਸੀਂ ਤਾਂ ਪੋਲੀਟੀਸ਼ਨ ਵਾਲੀ ਗੱਲ ਕਰਦੇ, ਮੇਰਾ ਸਵਾਲ ਛੱਡ ਗਏ। ਨਹੀਂ ਮੈਂ ਤੁਹਾਡਾ ਸਵਾਲ ਤਾਂ ਛੱਡਿਆ, ਮੈਂ ਤੁਹਾਡੇ ਯਾਰ ਕਿ ਸਵਾਲ ਦਾ, ਕਿਉਂਕਿ ਦੇਖੋ ਤੁਸੀਂ ਪਹਿਲਾਂ ਹੀ ਕਿਹਾ ਸ਼ੁਰੂ ਵਿੱਚ ਵੀ ਇਸ ਵੇਲੇ ਨਾ ਤੇ ਸਾਡੇ ਕੋਲ ਫਲਸਤੀਨ ਵੱਲੋਂ ਕੋਈ ਹੈ, ਹਾਂਜੀ ਹਾਂਜੀ, ਨਾ ਇਜ਼ਰਾਈਲ ਵੱਲੋਂ। ਬਿਲਕੁਲ ਬਿਲਕੁਲ, ਅਸੀਂ ਜੱਜ ਹਾਂ ਤੇ ਅਸੀਂ ਸਾਰਾ ਕੁਛ ਹੈ। ਹਾਂਜੀ ਹਾਂਜੀ ਹਾਂਜੀ। ਪਰ ਤਾਂ ਵੀ ਘੱਟੋ ਘੱਟ ਉਹਦਾ ਪੱਖ ਤਾਂ ਦੇਖੀਏ ਨਾ। ਪੱਖ ਦੀ ਤਾਂ ਮੈਂ ਉਹੀ ਗੱਲ ਕਰਦਾ ਲੈ ਵੀ ਜਦੋਂ ਪਤਾ ਹੈਗਾ ਲੈ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਰਾਈਟ ਮਿਲਣੇ ਚਾਹੀਦੇ ਆ। ਜੇ ਤੁਸੀਂ ਆਪਾਂ ਹੋਰ ਵੀ ਛੋਟੀਆਂ ਮਿਨੋਰਟੀਜ਼ ਦੀ ਜਦੋਂ ਗੱਲ ਦੇਖਦਾ, ਇਤਿਹਾਸ ਵਿੱਚ ਮੈਂ ਦੇਖਦਾ ਹੈਗਾ, ਜਦੋਂ ਬਰਾਬਰ ਦੀ ਲੜਾਈ ਨਾ ਹੋਵੇ ਤਾਂ ਫਿਰ ਗਰੀਲਾ ਜੰਗ ਲੜਦੇ ਹੈਗੇ। ਜੇ ਯਾਨੀ ਕਿ ਹਮਾਸ ਯਾਨੀ ਕਿ ਜਿਹੜਾ ਉਹਨਾਂ ਦਾ ਗਰੁੱਪ ਹੈਗਾ ਜਿਹੜਾ ਕਿ ਆਪਣੀ ਆਜ਼ਾਦੀ ਦੀ ਲੜਾਈ 2005 ਦਾ ਮੇਰੀ ਨੌਲੇਜ ਦੇ ਵਿੱਚ 2007 ਦੇ ਵਿੱਚ ਕੰਟਰੋਲ ਕੀਤਾ ਹਮਾਸ ਨੇ। ਹਾਂ ਨਹੀਂ ਚਲੋ ਕੁਝ ਵੀ ਉਹਨੂੰ ਯਾਨੀ ਕਿ ਮੰਨਦੇ ਲੈ ਵੀ ਇੱਕ ਗਰੁੱਪ ਹੈ ਜਿਹੜਾ ਕਿ ਇਧਰਲੇ ਪਾਸੇ। ਪਰ ਗਾਜ਼ਾ ਨੇ ਕਿਉਂ ਕਰਨ ਦਿੱਤਾ ਉਹਨਾਂ ਨੂੰ ਕੰਟਰੋਲ? ਦੇਖੋ ਇਹ ਉਹਨਾਂ ਨੂੰ ਯਾਨੀ ਕਿ ਲੱਗਦਾ ਹੈਗਾ ਸਾਡੇ ਨਾਲ ਹਜੇ ਵੀ ਯਾਨੀ ਕਿ ਬੇਇਨਸਾਫੀਆਂ ਹੋ ਰਹੀਆਂ ਹੈਗੀਆਂ। ਜੀ ਜੀ। ਇਸੇ ਕਰਕੇ ਜਿਹੜਾ ਹੈਗਾ ਉਹ ਕਈ ਤਰ੍ਹਾਂ ਦੇ ਹੱਥ ਕੰਡੇ ਫਿਰ ਬੰਦਾ ਵਰਤਦਾ ਹੈਗਾ। ਤੇ ਜਦੋਂ ਕਿ ਇਜ਼ਰਾਈਲ ਜਿਹੜੀ ਹੈਗੀ ਬਹੁਤ ਵੱਡੀ ਪਾਵਰ ਆ, ਤੇ ਇਜ਼ਰਾਈਲ ਦੇ ਨਾਲ ਜਿਹੜੀ ਕਿ ਦੁਨੀਆ ਭਰ ਦੀਆਂ ਬਹੁਤ ਸਾਰੀਆਂ ਪਾਵਰਾਂ ਜੁੜੀਆਂ ਵੀ ਹੈ ਜੀ, ਉਹਨਾਂ ਦੇ ਯਾਨੀ ਕਿ ਆਪਣੇ ਮਫਾਦ ਹੈ ਕੁਝ। ਦੇਖੋ 43 ਸੁਣਿਆ ਜਾਂਦਾ, ਕਿਹਾ ਜਾਂਦਾ ਵੀ ਇਸਲਾਮਿਕ ਦੇਸ਼ ਨਹੀਂ, ਤੇ ਉਹਨਾਂ ਦੀ ਤਾਂ ਮੋਰਲੀ ਅਖਲਾਕੀ ਤਾਂ ਜ਼ਰੂਰ ਮੈਨੂੰ ਯਾਨੀ ਕਿ ਇਸ ਗੱਲ ਦਾ ਯਾਨੀ ਕਿ ਜ਼ਰੂਰ ਇਰਾਨ ਤੇ ਸਿੱਧੇ ਤੌਰ ਤੇ ਕਰ ਰਿਹਾ ਨਾ, ਬਾਕੀ ਹੋਰ ਕਈ ਦੇਸ਼ ਹੈਗੇ ਨੇ ਇਸਲਾਮਿਕ ਕੰਟਰੀ ਨਾਲ ਉੱਥੇ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਹੈਗਾ ਦਬਾਅ ਬਣਾਉਣਾ ਚਾਹੀਦਾ, ਜਿਹੜੇ ਕਿ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਤਾਲੁਕਾਤ ਹੈਗੇ, ਬਹੁਤ ਵੱਡੀਆਂ ਤਾਲੁਕਾਤ, ਪਰ ਉਹ ਪਾ ਨਹੀਂ ਰਹੇ ਮੈਜੋਰਟੀ ਆਫ ਮੈਂ ਮੈਨੂੰ ਵੀ ਯਾਨੀ ਕਿ ਮਹਿਸੂਸ ਹੁੰਦਾ ਯਾਨੀ ਕਿ ਕਿਉਂਕਿ ਮੈਂ ਤਾਂ ਆਊਟ ਆਫ ਇਟ ਹੈਗਾ, ਮੈਨੂੰ ਇਹਦਾ ਲੱਗਦਾ ਵੀ ਉਹਨਾਂ ਨੂੰ ਦਬਾਅ ਪਾਉਣ ਦੀ ਜ਼ਰੂਰਤ ਹੈਗੀ ਆ ਵੀ ਦੇਖੋ ਆ ਸਾਡੇ ਭਰਾਵਾਂ ਦਾ ਧੱਕਾ ਹੋ ਰਿਹਾ ਹੈਗਾ ਵੀ ਤੁਸੀਂ ਕੁਝ ਕਰੋ, ਐਂਡ ਦੇ ਸ਼ੁੱਡ ਡੂ ਇਟ ਟੁਗੇਦਰ, ਦੈਟਸ ਦ ਓਨਲੀ ਵੇ। ਆਪਣੇ ਅਵਾਨ ਸਾਹਿਬ
इस्लामिक देश क्यों नहीं प्रेशर बना रहे? देखो जी चीज़ इस तरह वे कि ਜਿਹੜੇ ਮੁਸਲਮਾਨ ਜੀ ਜਿੱਦੇ ਮੁਲਕਾਂ 'ਚ ਹਨ ਉਹ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੋ ਕੁਝ ਹੋ ਰਿਹਾ ਗਾਜ਼ਾ ਦੇ ਵਿੱਚ ਜਾਂ ਫਲਸਤੀਨੀਆਂ ਜੋ ਕੁਝ ਹੋਇਆ ਲੇਕਿਨ ਰਜੀਮ ਜਿਹੜੀਆਂ ਉੱਥੇ ਅੱਜ ਕੱਲ੍ਹ ਜੀ ਜੀ ਲੋਕ ਜਿਹੜੇ ਉਹਨਾਂ ਨੂੰ ਚਲਾ ਰਹੇ ਨੇ ਦੇ ਆਰ ਮੇਨਲੀ ਅਮਰੀਕਨ ਪਪਟਸ ਹਾਂਜੀ that is known ਸਾਰੇ ਦੇਸ਼ਾਂ ਤਕਰੀਬਨ ਅਮਰੀਕਨ ਪਪਟਸ ਹਨ ਪ੍ਰੋਟੈਕਟਡ ਬਾਈ ਅਮਰੀਕਨਸ ਵਾਈ ਇਜ਼ ਦੈਟ? ਤੁਸੀਂ ਹੁਣ ਦੇਖੋ ਜਿਹੜਾ ਆਦਮੀ ਉੱਠਦਾ ਇਹਨਾਂ ਦੇ ਖਿਲਾਫ ਉਹਨੂੰ ਡਿਸਟਰੋਏ ਕਰ ਛੱਡਦੇ ਨੇ ਈਰਾਨ ਉੱਠਿਆ ਉਹਨੇ ਕੋਈ ਗੱਲ ਕੀਤੀ ਇਜ਼ਰਾਈਲ ਦੇ ਖਿਲਾਫ ਉਹਨੂੰ ਕਹਿੰਦੇ ਨੇ ਤੁਸੀਂ ਐਟਮ ਬੰਬ ਬਣਾ ਰਹੇ ਹੋ ਕੋਈ ਬਹਾਨਾ ਲੱਭਦੇ ਕਿ ਉਹਨੂੰ ਅਟੈਕ ਕਰੀਏ ਅੱਛਾ ਇਸੇ ਤਰ੍ਹਾਂ ਗਦਾਫੀ ਸੀ ਜਦੋਂ ਗਦਾਫੀ ਲੀਬੀਆ ਸੀ ਉਸ ਆਪਣਾ ਮੁਲਕ ਸੀ ਜਿਸ ਤਰ੍ਹਾਂ ਕੰਟਰੋਲ ਕਰ ਰਿਹਾ ਸੀ ਠੀਕ ਅਮਨ ਅਮਾਨ ਸੀ ਅੱਜ ਦੇਖੋ ਅਮਰੀਕਾ ਨੇ ਕੀ ਕੀਤਾ ਉੱਥੇ ਜੀ ਹਾਂਜੀ ਇੱਕ ਲੰਬੀ ਕਹਾਣੀ ਹੈ ਲੇਕਿਨ ਮੈਂ ਇੱਕ ਗੱਲ ਕਰਾਂਗਾ ਹਮਾਸ ਦੇ ਬਾਰੇ ਚ ਹਮਾਸ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਹਮਾਸ ਇਜ਼ ਐਨ ਇਲੈਕਟਡ ਗਵਰਨਮੈਂਟ ਆਫ ਗਾਜ਼ਾ ਇਹ ਤੁਸੀਂ ਵੈਸਟਰਨ ਮੀਡੀਆ ਪੜ੍ਹਦੇ ਹੋ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ ਬਟ ਬੇਸਿਕਲੀ ਇਟ ਇਜ਼ ਐਨ ਇਲੈਕਟਡ ਗਵਰਨਮੈਂਟ ਆਫ ਗਾਜ਼ਾ ਸੋ ਇਹ ਕੰਟਰੀ ਨਾਲ ਲੜ ਰਿਹਾ ਹਾਂਜੀ ਸੋ ਬੇਸਿਕਲੀ ਦੂਸਰੀ ਚੀਜ਼ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਕੈਜੂਅਲਟੀਜ਼ ਤੁਸੀਂ ਦੇਖੋ ਇਜ਼ਰਾਈਲ ਰੋਂਦਾ ਨਾ ਕੈਜੂਅਲਟੀਜ਼ ਬਾਰੇ ਗੱਲ ਕਰਦੇ ਆਪਾਂ ਹਾਂਜੀ 67 ਸੋਲਜਰ ਫੋਤ ਹੋਏ ਨੇ ਓਨਲੀ 3 ਸਿਵਿਲੀਅਨਸ ਕੋਈ ਖਾਸ ਡੈਮੇਜ ਨਹੀਂ ਹੋਇਆ ਲਿਖਿਆ ਜਾਂਦਾ ਡੈਮੇਜ ਕੁਝ ਨਹੀਂ ਹੋਇਆ ਇਟਸ ਓਨਲੀ ਐਨ ਐਕਸਕਿਊਜ਼ ਤੁਸੀਂ ਦੇਖੋ ਕਿ ਉੱਥੇ ਕਿੰਨਾ ਜ਼ੁਲਮ ਹੋਇਆ ਹੈ ਬਿਲਕੁਲ ਆਪਣੇ ਡਾਕਟਰ ਸਾਹਿਬ ਤੀਸਰੀ ਮੈਂ ਗੱਲ ਕਰਨਾ ਇਹ ਚਾਹਨਾ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸਿਵਿਲੀਅਨ ਏਰੀਆ ਚੋਂ ਰਾਕੇਟਸ ਲਾਂਚ ਹੁੰਦੇ ਨੇ ਗਾਜ਼ਾ ਇੱਕ 34/7 ਕਿਲੋਮੀਟਰ ਜਗ੍ਹਾ ਹੈ ਬਿਲਕੁਲ ਛੋਟੀ ਜਗ੍ਹਾ ਐਂਡ ਮੋਰ ਲੈਸ ਕੰਪਲੀਟਲੀ ਬਿਲਟ तो जिथों भी होना है तो एरिया तो बिल्ट अप एरिया होना है तो ये तो एक्सक्यूज संगा बड़ी ये गल देखो एस्पेक्ट आप कदे विचारे नहीं तो तो बिल्कुल छोटा जिहा शहर ही है ना 30 सेकंड्स हाँ जी सारिਆਂ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਜ਼ਰਾਈਲ ਜਿਹੜੀ ਸਟੇਟ ਹੈਗੀ ਹੈ ਉਹ ਲਾਜ਼ਮੀ ਤੌਰ ਤੇ ਯੂਰਪੀਅਨ ਯੂਨੀਅਨ ਤੇ ਅਮਰੀਕਾ ਦੀ ਪ੍ਰੋਟੈਕਟਡ ਸਟੇਟ ਹੈ ਜੀ ਇਹਨਾਂ ਨੇ ਲਾਜ਼ਮੀ ਤੌਰ ਤੇ ਉਹਦੇ ਨਾਲ ਰਹਿਣਾ ਹੈਗਾ ਤੇ ਫਲਸਤੀਨ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਆਪਣੀਆਂ ਜਿਹੜੀਆਂ ਇਸਲਾਮਿਕ ਸਟੇਟਸ ਹੈਗੀਆਂ ਭਾਵੇਂ ਮਤਲਬ ਕਿ ਆਪਾਂ ਨੂੰ ਇਹ ਪਤਾ ਵਰਲਡ ਦੇ ਵਿੱਚ ਆਈਡੀਓਲੋਜੀ ਜਾਂ ਰਿਲੀਜਨ ਦੇ ਨਾਂ ਤੇ ਕੋਈ ਸਟੇਟ ਕਾਮਯਾਬ ਨਹੀਂ ਹੋ ਰਹੀ ਪਰ ਫਿਰ ਵੀ ਕਿਉਂਕਿ ਉਹਨਾਂ ਦੀ ਆਪਣੀ ਡਿਵੀਜ਼ਨਸ ਹੈਗੀ ਹੈ ਡੀਪ ਇਹ ਠੀਕ ਹੈ ਨਜ਼ੀਰ ਸਾਹਿਬ ਕਹਿ ਰਹੇ ਨੇ ਕਿ ਉਹ ਆਪਣੇ ਅਮਰੀਕਨ ਉਹਨਾਂ ਦੀ ਮਦਦ ਕਰ ਰਹੇ ਆ ਪਰ ਫਿਰ ਵੀ ਸਟੇਟਾਂ ਦੇ ਵਿੱਚ ਆਪਣੀਆਂ ਡਿਵੀਜ਼ਨਸ ਹੈਗੀਆਂ ਅੱਧੀਆਂ ਸਟੇਟਾਂ ਇੱਕ ਪਾਸੇ ਹੈ ਅੱਧੀਆਂ ਇੱਕ ਪਾਸੇ ਆਪਾਂ ਰਿਲੀਜੀਅਸ ਡਿਵੀਜ਼ਨ ਵੱਲ ਨਹੀਂ ਜਾਂਦੇ ਪਰ ਉੱਥੇ ਕਾਫੀ ਡਿਵੀਜ਼ਨ ਹੈਗੀ ਆ ਤੇ ਉਹਦਾ ਇੱਕ ਹਿੱਸਾ ਹਮਾਸ ਦੇ ਖਿਲਾਫ ਹੈ ਇੱਕ ਹਿੱਸਾ ਆਪਣੇ ਹਮਾਸ ਦੇ ਹੱਕ ਵਿੱਚ ਹੈਗਾ ਤੇ ਇਹ ਜਿਹੜੀਆਂ ਡਿਵੀਜ਼ਨਸ ਹੈਗੀਆਂ ਰਿਲੀਜਨ ਜਾਂ ਟ੍ਰੈਡੀਸ਼ਨ ਦੇ ਤੌਰ ਤੇ ਇਹਨਾਂ ਨੂੰ ਖਤਮ ਕਰਕੇ ਜਿਹੜੇ ਲੋਕਾਂ ਦੇ ਆਪਣੇ ਹਕੂਕ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਮਿਊਚੁਅਲ ਜਿਹੜੀ ਆਪਣੀ ਰੈਕੋਗਨੀਸ਼ਨ ਹੈ ਉਹਨੂੰ ਟੇਬਲ ਤੇ ਲਿਆ ਕੇ ਇਹਦਾ ਸੋਲੂਸ਼ਨ ਲੱਭਿਆ ਜਾ ਸਕਦਾ ਜੇ ਲੱਭਣਾ ਹੋਵੇ ਤਾਂ ਸੋ ਪਿਆਰੇ ਦਰਸ਼ਕੋ ਤੁਸੀਂ ਬਹੁਤ ਸਾਰੇ ਵਿਚਾਰ ਸੁਣੇ ਨੇ ਕਈ ਤੱਥ ਸਾਡੇ ਕੋਲ ਨਵੇਂ ਆਏ ਨੇ ਅਸੀਂ ਬਹੁਤ ਕੁਝ ਸਿੱਖਦੇ ਹਾਂ ਤਾਂ ਕਿ ਅਸੀਂ ਆਪਣੀ ਕੌਨਸ਼ੀਅੰਸ ਨੂੰ ਕਲੀਅਰ ਕਰ ਸਕੀਏ ਤਾਂ ਕਿ ਸਾਡੀ ਇਸ ਦੇਸ਼ ਦੇ ਵਿੱਚ ਸਦਭਾਵਨਾ ਹਾਮਨੀ ਉਹ ਬਣੀ ਰਹੇ ਇਸ ਕਰਕੇ ਇਸ ਪ੍ਰੋਗਰਾਮ ਦੀ ਆਪਣੀ ਇੱਕ ਅਹਿਮੀਅਤ ਆ ਇਸੇ ਕਰਕੇ ਇਸ ਤਰ੍ਹਾਂ ਦੇ ਪੱਖ ਦੇ ਬਹੁਤ ਸੰਵੇਦਨਸ਼ੀਲ ਜਿਹੜੇ ਮੁੱਦੇ ਲਿਆਏ ਜਾਂਦੇ ਨੇ ਅਗਲੇ ਸ਼ੋਅ ਦੇ ਵਿੱਚ ਆਪਾਂ ਹੋਰ ਗੱਲ ਕਰਾਂਗੇ ਕਿ ਇਹਦਾ ਹੱਲ ਕੀ ਹੈ ਸੋ ਸਾਨੂੰ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ ਜੀ ਇੱਥੇ ਨਾਲ ਹੀ ਅਸੀਂ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ ਫਤਿਹ ਬੁਲਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਪੈਸੇ ਵਾਲੇ ਜਿਹੜੇ ਲੋਕੀ ਹੈਗੇ ਉਹੀ ਹਮੇਸ਼ਾ ਰੂਲ ਕਰਦੇ ਔਰ ਜਦੋਂ ਪੈਸਾ ਉਹ ਦਿੰਦੇ ਫਿਰ ਵਾਪਸ ਵੀ ਲੈਂਦੇ ਜਿਹੜਾ ਬੰਦਾ ਟੈਕਸ ਦਿੰਦਾ ਹੈ ਦਾ ਕਿ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਉਹਨੂੰ ਡਿਸਕਸ ਕਰਨ ਦਾ ਮਾਦਾ ਹੋਣਾ ਚਾਹੀਦਾ